कि पहला लफ्ज़ है पोटाशियम ऑक्साइड K2O। ਜਿਹੜੇ ਭਾਈਆਂ ਨੇ ਕੈਮਿਸਟਰੀ ਪੜ੍ਹੀ ਉਹ ਤਾਂ ਜਾਣਦੇ ਆ ਕਿ ਜਿਹੜਾ ਵਾ ਇਹ ਕੈਮਿਸਟਰੀ ਦੇ ਵਿੱਚ ਇਸਤੇਮਾਲ ਕਿੱਥੇ ਹੁੰਦਾ, ਔਰ K2O ਅਤੇ O ਨਾਲ ਆਕਸੀਜਨ, ਇਹ ਹੈ ਜੀ ਇਹਦੇ ਵਿੱਚ 51%। ਅੱਛਾ ਜੀ, ਸੋਲੇਬਲ ਇਨ ਵਾਟਰ ਮਤਲਬ ਪਾਣੀ ਦੇ ਵਿੱਚ ਹੱਲ ਪਜ਼ੀਰ ਆ, ਜ਼ਿਆਦਾ ਡੰਡਾ ਫੇਰਨ ਦੀ ਵੀ ਕੋਈ ਜ਼ਰੂਰਤ ਨਹੀਂ। ਘੜੀ ਦੇ ਅੱਧੇ 30 ਸੈਕਿੰਡ 1 ਮਿੰਟ ਦੇ ਵਿੱਚ ਇਹ ਬਿਲਕੁਲ ਡਾਈਲੂਟ ਹੋ ਜਾਂਦੀ ਹੈ। ਅੱਛਾ, ਅੱਗੇ ਪੋਟਾਸ਼ੀਅਮ ਕੇ, ਇਹ ਮੇਰੇ ਸਾਹਮਣੇ ਤੁਸੀਂ ਦੇਖ ਰਹੇ, ਇਹ 42%। ਠੀਕ ਹੋ ਗਿਆ। ਅੱਗੇ ਸਲਫਰ ਇਹ ਟਰਾਈਆਕਸਾਈਡ SO3 45%, ਅਤੇ ਸਲਫਰ S 18%। ਅੱਛਾ ਵੀ ਡਬਲ ਡੋਜ਼ ਦੇ ਵਿੱਚ ਇਹਨਾਂ ਨੇ ਸਲਫਰ ਦੇ ਦਿੱਤਾ ਵਾ, ਅਤੇ ਸਲਫਰ ਦੇ ਤੁਹਾਨੂੰ ਪਤਾ ਹੀ ਹੈ ਸਲਫਰ ਦੀ ਇਫਾਦੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਔਰ SO3 ਵੀ ਸਲਫਰ ਦੇ ਨਾਲ ਨਾਲ ਉਹਨਾਂ ਨੇ ਮਤਲਬ ਆਕਸੀਜਨ 3, ਇਹਦਾ ਮਤਲਬ ਕਿ ਇਹਦੇ ਵਿੱਚ 4 ਐਲੀਮੈਂਟ ਜਿਹੜੇ ਆ ਨਾ ਉਹ ਸਲਫਰ ਦੇ ਵਿੱਚ ਹੀ ਇਹਨਾਂ ਨੇ ਪਾ ਦਿੱਤੇ, ਔਰ ਪਾ ਵੀ ਇਹ 45% ਦੇ ਵਿੱਚ ਇਹਨਾਂ ਨੇ ਦਿੱਤੇ ਆ। ਅਤੇ ਫਿਰ ਮਜ਼ੇ ਦੀ ਗੱਲ ਇਹ ਆ ਕਿ ਗੰਦਮ ਦੀ ਫਸਲ ਵਾਸਤੇ ਤੁਸੀਂ 8 kg, ਅਗਰ ਆਲੂ ਦੀ ਫਸਲ ਆ ਤੁਹਾਡੀ, ਆਲੂ ਦੀ ਫਸਲ, ਫਿਰ ਤੁਸੀਂ 10 kg ਫੀ ਏਕੜ। ਅਤੇ ਉਸ ਮੁਲਕ 'ਚ ਤਿਆਰ ਕੀਤੀ ਗਈ ਹੈ ਜਿੱਥੇ ਮਿੱਟੀ ਦਾ ਤਸੱਵਰ ਹੀ ਨਹੀਂ ਗਾ, ਮਿੱਟੀ ਹੈ ਹੀ ਨਹੀਂ ਸੀਗੀ, ਸਿਰਫ ਪਾਣੀ ਦੇ ਵਿੱਚ ਪੌਦੇ ਉਗਾਏ ਗਏ, ਸਿਰਫ ਪਾਣੀ ਦੇ ਵਿੱਚ। ਕਿੱਥੇ ਉਗਾਏ ਗਏ? ਪਾਣੀ ਦੇ ਵਿੱਚ ਪੌਦੇ ਉਗਾਏ ਗਏ ਆ, ਉੱਥੇ ਤਿਆਰ ਕੀਤੀ ਗਈ ਆ। ਠੀਕ ਹੋ ਗਿਆ। ਅਤੇ ਇਤਨਾ ਤੇਜ਼ ਤਰੀਨ ਅਸਰ ਆ, ਔਰ ਮਜ਼ੇ ਦੀ ਗੱਲ ਹੈ ਕਿ ਵਿੱਚ ਸਲਫਰ ਵੀ ਪਾ ਦਿੱਤਾ, ਔਰ ਉਹ ਵੀ ਡਬਲ ਡੋਜ਼ ਦੇ ਵਿੱਚ, ਕਿ ਤੁਹਾਡੀ ਜਿਹੜੀ ਜ਼ਮੀਨ ਦੀ pH, ਤੁਹਾਡੀ ਜ਼ਮੀਨ ਨੂੰ ਜਿਹੜਾ ਬੁਖਾਰ ਹੋਇਆ ਵਾ ਉਹ ਬੁਖਾਰ ਵੀ ਉਤਾਰ ਦੇਗੀ। ਅਤੇ ਵੀਡੀਓ ਦਾ ਮਕਸਦ ਇਹ ਹੈ ਕਿ ਪੈਸੇ ਬੜੀ ਮੁਸ਼ਕਿਲ ਨਾਲ ਬਣਦੇ ਆ, ਅਤੇ ਪੈਸੇ ਜ਼ਾਏ ਨਹੀਂ ਕਰਨੇ ਚਾਹੀਦੇ। ਅਤੇ ਹੁਣ ਟਾਈਮ ਹੋ ਗਿਆ ਵਾ, ਆਲੂ ਦੀ ਫਸਲ ਆ ਤੁਹਾਡੀ, ਸਰਸੋਂ ਦੀ ਆ, ਜਿਹੜੀ ਗੋਭ ਦੀ ਹਾਲਤ 'ਚ ਆ ਗਈ ਆ, ਜਿਹੜਾ ਸਿੱਟਾ ਲੈ ਰਹੀ ਹੈ, ਜਿਹਨੂੰ ਪੋਲੀਨੇਸ਼ਨ ਦਾ ਅਮਲ ਜਾਰੀ ਹੋ ਗਿਆ ਵਾ, ਅਤੇ ਉੱਥੇ ਇਸ ਦਾ ਇਸਤੇਮਾਲ ਜਿਹੜਾ ਨਾ ਉਹ ਬਹੁਤ ਕਾਰਗਰ ਸਾਬਤ ਹੋਏਗਾ। ਅੱਛਾ, ਨੰਬਰ 1 ਇਹ ਪਾਣੀ 'ਚ ਹੱਲ ਪਜ਼ੀਰ ਆ। ਨੰਬਰ 2 ਪੋਟਾਸ਼ ਦੇ ਨਾਲ ਨਾਲ ਸਲਫਰ ਵੀ ਆ, ਔਰ ਪੋਟਾਸ਼ ਵੀ ਡਬਲ ਆ, ਸਲਫਰ ਵੀ ਡਬਲ ਹਾਲਤ 'ਚ ਆ, ਔਰ ਇਸ ਦੇ ਵਿੱਚ ਬਾਂਡ ਬਣੇ ਹੋਏ ਆ, ਬਾਂਡ ਦੀ ਸ਼ਕਲ ਦੇ ਵਿੱਚ ਸਾਨੂੰ ਉਹਨਾਂ ਨੇ ਇਹ ਦਿੱਤਾ ਹੋਇਆ। ਅਤੇ ਮੇਰੇ ਉਹ ਫਾਰਮਰ ਜਿਨ੍ਹਾਂ ਦੀ ਗੰਦਮ ਦੀ ਫਸਲ, ਕੋਈ ਵੀ ਤੁਹਾਡੀ ਕਰਾਪਸ ਆ, ਗੋਭ ਦੀ ਹਾਲਤ ਦੇ ਵਿੱਚ ਆ ਗਈ ਹੈ, ਅਤੇ ਤੁਸੀਂ ਇਸ ਦਾ ਇਸਤੇਮਾਲ ਜਿਹੜਾ ਨਾ ਉਹ ਯਕੀਨੀ ਬਣਾਓ। ਅੱਜ ਇਸੇ ਸਿਲਸਿਲੇ ਦੇ ਵਿੱਚ ਦੇਖੋ ਫਾਰਮਰ ਨੇ ਇਹ ਕੰਡਾ ਰੱਖਿਆ ਹੋਇਆ, ਔਰ ਤੋਲ ਕੇ ਉਸਨੇ ਇਹਦੇ ਵਿੱਚ 8 ਕਿਲੋ ਫੀ ਕਿੱਲੇ ਦੇ ਹਿਸਾਬ ਨਾਲ ਇਸ ਦੇ ਵਿੱਚ ਉਹਨੇ ਪਾ ਦਿੱਤੀ ਹੈ। ਅਤੇ ਉਸ ਤੋਂ ਬਾਅਦ ਉਹਨੇ ਇਹਨੂੰ ਡਰਮ ਦੇ ਵਿੱਚ ਲਿਜਾ ਕੇ ਰੱਖ ਦੇਣਾ, ਅਤੇ ਫਿਰ ਉੱਤੋਂ 220 ਲੀਟਰ ਦਾ ਡਰਮ, ਔਰ ਡਰਮ ਵੀ ਜਿੱਥੇ ਪਾਣੀ ਲੱਗ ਰਿਹਾ ਨਾ, ਤੁਹਾਡਾ ਪਾਣੀ ਜਿਸ ਏਕੜ 'ਚ ਤੁਹਾਡਾ ਪਾਣੀ ਲੱਗ ਰਿਹਾ ਵਾ, ਉੱਥੋਂ ਕਮ ਸੇ ਕਮ 1 ਕਿੱਲਾ ਪਿੱਛੇ ਤੁਹਾਡਾ ਡਰਮ ਹੋਣਾ ਚਾਹੀਦਾ ਵਾ। ਇਹ ਦੇਖੋ ਨਾ, ਹੁਣ ਫਾਰਮਰ ਪਾਣੀ ਦਾ ਟਾਕੇ ਦਾ ਇੱਥੇ ਆ, ਔਰ ਡਰਮ ਜਿਹੜਾ ਨਾ ਇਸ ਦਾ ਡਰਮ ਇਹਨੇ ਰੱਖ ਦਿੱਤਾ ਵਾ 1 ਏਕੜ ਪਿੱਛੇ। ਠੀਕ ਹੈ, 1 ਏਕੜ ਪਿੱਛੇ ਡਰਮ ਜਿਹੜਾ ਨਾ ਉਹ ਤੁਹਾਨੂੰ ਨਜ਼ਰ ਆ ਰਿਹਾ। ਲਿਆਓ ਪੋਟਾਸ਼ ਲਿਆਓ। ਹੁਣ ਤੁਸੀਂ ਦੇਖੋ ਕਿ ਦੇਖੋ ਅੱਲਾਹ ਤਾਲਾ ਕਿਸੇ ਦੀ ਮਿਹਨਤ ਨਹੀਂ ਰੱਖਦਾ। ਮਿਹਨਤ ਰਾਏਗਾ ਨਹੀਂ ਜਾਂਦੀ।
ਦੁਨੀਆ ਤੇਜ਼ੀ ਦੇ ਨਾਲ ਤਰੱਕੀ ਕਰਦੀ ਜਾ ਰਹੀ ਹੈ ਅਤੇ ਸਾਡੇ ਮੁਲਕ ਪਾਕਿਸਤਾਨ ਦੇ ਵਿੱਚ ਇਸ ਦੀ ਅਹਿਮੀਅਤ ਨੂੰ ਉਜਾਗਰ ਕਰਨਾ ਇਹ ਸਾਡੇ ਦੀ ਡਿਊਟੀ ਸੀਗੀ। ਦੇਖੋ ਨਾ ਮੈਂ ਇਹ ਇਸ ਦਾ ਕੋਈ ਪਾਰਟਨਰ ਹਾਂ, ਠੀਕ ਹੈ, ਲੇਕਿਨ ਇੱਕ ਜਦੀਦ ਟੈਕਨੋਲੋਜੀ ਤੋਂ ਤੁਹਾਨੂੰ ਇੱਕ ਜਦੀਦ ਫਰਟੀਲਾਈਜ਼ਰ ਤੋਂ ਆਗਾਹ ਕਰਨਾ ਮੇਰਾ ਮਕਸਦ ਸੀਗਾ। ਹਾਂਜੀ, ਇਹ ਦੇਖੋ ਇਹ ਇਹਦੇ ਵਿੱਚ ਮੁੰਤਕਿਲ ਹੋ ਗਈ ਔਰ ਪਹਿਲਾ ਕੈਨ ਇਹਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਵਾ ਔਰ ਨਾਲੋਂ ਨਾਲ ਜਿਸ ਤਰ੍ਹਾਂ ਇਸ ਨੇ ਪਾਣੀ ਪਾਈ ਜਾਣਾ ਨਾ ਫਾਰਮਰ ਨੇ, ਇਸ ਦੇ ਇਹ ਡਾਈਲੂਟ ਦਾ ਅਮਲ ਜਿਹੜਾ ਨਾ ਉਹ ਨਾਲ ਹੀ ਸ਼ੁਰੂ ਹੋ ਜਾਣਾ, ਠੀਕ ਹੈ। ਅਤੇ ਗੋ ਤੁਸੀਂ ਇਸ ਤਰ੍ਹਾਂ ਥੋੜ੍ਹੀ ਜਿਹੀ ਨਾਲੀ ਤੁਹਾਡੀ ਡਰਮ ਦੀ ਲੰਬੀ ਹੋਣੀ ਚਾਹੀਦੀ ਹੈ, ਕਿਉਂਕਿ ਤੁਹਾਡਾ ਜਿਹੜਾ ਪਾਣੀ ਦੀ ਤੁਹਾਡਾ ਜਿਹੜਾ ਡਰਿਪ ਸਿਸਟਮ ਆ ਉਹ ਅੱਛੇ ਤਰੀਕੇ ਦੇ ਨਾਲ ਪਾਣੀ ਤੁਹਾਡਾ ਜਿਹੜਾ ਉਹ ਜਾ ਸਕੇ। ਲਓ ਜੀ, ਅੱਛੇ ਤਰੀਕੇ ਨਾਲ ਕਰਕੇ ਫਿਰ ਇਸ ਨੂੰ ਤੁਸੀਂ ਇਹ ਡੰਡੇ ਦੀ ਮਦਦ ਨਾਲ ਡਾਈਲੂਟ ਕਰ ਦਿਆ ਜੀ। ਔਰ ਜਿਸ ਖੇਤ ਦੇ ਵਿੱਚ ਪਾਣੀ ਜਾ ਰਿਹਾ ਪਹਿਲੇ ਉਹਦੇ 5 ਤੋਂ 7 ਮਰਲੇ ਜਿਹੜੇ ਆ ਨਾ ਉਹ ਹੋ ਜਾਣ ਅਤੇ ਫਿਰ ਤੁਸੀਂ ਇਸ ਦੇ ਜਿਹੜੀ ਹੈ ਨਾ